ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਕਿੰਨੇ ਹੋ ਚੁੱਕੇ ਨੇ ਅੰਕੜੇ। ਕੈਨੇਡਾ ਸਰਕਾਰ ਨੇ ਮਈ 15 ਤੋਂ ਖੋਲ੍ਹ ਦਿੱਤਾ ਐਗਰੀ ਫੂਡ ਪਾਇਲਟ ਪ੍ਰੋਗਰਾਮ। ਦੱਸਾਂਗੇ ਕਿਵੇਂ ਪ੍ਰਵਾਸੀਆਂ ਨੂੰ ਦੇਸ਼ ਵਿੱਚ PR ਦਿਵਾਉਣ ਦੇ ਵਿੱਚ ਵੀ ਇਸ ਰਾਹੀਂ ਹੋਵੇਗੀ ਮਦਦ ਤੇ ਇਮੀਗ੍ਰੇਸ਼ਨ ਵਿਭਾਗ ਨੇ ਹੋਰ ਕੀ ਦਿੱਤੀ ਜਾਣਕਾਰੀ। ਜਿਨ੍ਹਾਂ ਨੂੰ EI ਆਉਣੀ ਬੰਦ ਹੋ ਗਈ ਜਾਂ ਹੋਣ ਵਾਲੀ ਹੈ ਉਹ ਅੱਗੇ ਲਈ ਕੀ ਚੁੱਕ ਸਕਦੇ ਨੇ ਕਦਮ, ਦੱਸਾਂਗੇ ਜਾਣਕਾਰੀ। ਬੱਚਿਆਂ ਨੂੰ ਦਿੱਤੀ ਜਾਂਦੀ ਮਦਦ ਦੇ ਲਈ ਮਈ 2020 ਵਿੱਚ $300 ਤੱਕ ਜ਼ਿਆਦਾ ਦੀ ਮਦਦ ਕਰ ਰਹੀ ਹੈ ਸਰਕਾਰ। ਦੱਸਾਂਗੇ ਕੈਨੇਡਾ ਵਿੱਚ ਨਵੇਂ ਆਏ ਮਾਪੇ ਕਿਵੇਂ ਲੈ ਸਕਦੇ ਨੇ ਮਦਦ। ਟੋਰਾਂਟੋ ਵਿੱਚ ਕੂੜਾ ਸੁੱਟਣ ਲਈ 2 ਥਾਵਾਂ ਮੁੜ ਤੋਂ ਖੋਲ੍ਹੇ ਜਾਣ ਦਾ ਐਲਾਨ। ਦੱਸਾਂਗੇ ਕਿਹੜਾ ਸਮਾਂ ਤੇ ਦਿਨ ਇਸ ਦੇ ਲਈ ਰੱਖੇ ਗਏ। ਡੈਲਟਾ ਵਿੱਚੋਂ ਸ਼ੁੱਕਰਵਾਰ ਤੋਂ ਲਾਪਤਾ ਇੱਕ ਪੰਜਾਬੀ ਬਜ਼ੁਰਗ, ਤਸਵੀਰ ਜਾਰੀ ਕਰਦੇ ਹੋਏ ਪੁਲਿਸ ਨੇ ਲੱਭਣ ਦੇ ਲਈ ਮੰਗੀ ਮਦਦ। ਕੈਮਲੂਪਸ ਵਿੱਚ ਸਨੋਬਰਡਸ ਦਾ ਜੈਟ ਕ੍ਰੈਸ਼ ਹੋਣ ਤੋਂ ਬਾਅਦ ਜਾਨ ਗਵਾਉਣ ਵਾਲੀ ਆਫੀਸਰ ਨੂੰ ਦੇਸ਼ ਭਰ 'ਚ ਦਿੱਤੀਆਂ ਜਾ ਰਹੀਆਂ ਨੇ ਸ਼ਰਧਾਂਜਲੀਆਂ। ਰਿਚਮੰਡ ਵਿੱਚ ਕਈ ਥਾਵਾਂ ਦੇ ਉੱਤੇ ਅੱਗ ਲੱਗਣ ਦੇ ਮਾਮਲੇ, ਪੁਲਿਸ ਨੇ ਇੱਕ ਵਿਅਕਤੀ ਦੀ ਤਸਵੀਰ ਜਾਰੀ ਕਰਕੇ ਮੰਗੀ ਮਦਦ। ਇੱਕ ਖਾਸ ਰਿਪੋਰਟ 'ਚ ਦੇਵਾਂਗੇ ਜਾਣਕਾਰੀ ਕਿ ਆਖਿਰ ਐਲਰਜੀ ਤੇ COVID-19 ਦੇ ਲੱਛਣਾਂ 'ਚ ਕਿਵੇਂ ਕੀਤਾ ਜਾ ਸਕਦਾ ਅੰਤਰ। ਇਸ ਦੇ ਨਾਲ ਹੀ ਹੁਣ ਨਜ਼ਰ ਮਾਰ ਲੈਂਦੇ ਹਾਂ ਕਿ ਕੈਨੇਡਾ ਭਰ ਵਿੱਚ ਹੁਣ ਤੱਕ ਕਿੰਨੇ ਕੋਰੋਨਾ ਵਾਇਰਸ ਦੇ ਕੇਸ ਹੋ ਚੁੱਕੇ ਨੇ, ਕਿੰਨੀਆਂ ਮੌਤਾਂ ਤੇ ਕਿੰਨੇ ਠੀਕ ਵੀ ਹੋ ਚੁੱਕੇ ਨੇ। ਕੈਨੇਡਾ ਭਰ ਤੋਂ ਹੁਣ ਤੱਕ 78,061 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਨੇ। 5842 ਮੌਤਾਂ ਹੋ ਚੁੱਕੀਆਂ ਨੇ। 39,251 ਵਿਅਕਤੀ ਮੁੜ ਤੋਂ ਕੋਰੋਨਾ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਤੋਂ 6683 ਮਾਮਲੇ ਸਾਹਮਣੇ ਆਏ ਨੇ, 128 ਮੌਤਾਂ। ਬ੍ਰਿਟਿਸ਼ ਕੋਲੰਬੀਆ ਤੋਂ 2444 ਮਾਮਲੇ ਸਾਹਮਣੇ ਆਏ ਨੇ, 143 ਮੌਤਾਂ। ਮੈਨੀਟੋਬਾ ਤੋਂ 290 ਮਾਮਲੇ ਸਾਹਮਣੇ ਆਏ ਨੇ, 7 ਮੌਤਾਂ। ਨਿਊ ਬ੍ਰੰਸਵਿਕ ਤੋਂ 120 ਮਾਮਲੇ ਸਾਹਮਣੇ ਆਏ ਨੇ। ਨਿਊਫਾਊਂਡਲੈਂਡ ਤੋਂ 260 ਮਾਮਲੇ ਸਾਹਮਣੇ ਆਏ ਨੇ, 3 ਮੌਤਾਂ। ਨੋਵਾ ਸਕੋਸ਼ੀਆ ਤੋਂ 1043 ਮਾਮਲੇ ਸਾਹਮਣੇ ਆਏ ਨੇ, 55 ਮੌਤਾਂ। ਓਨਟਾਰੀਓ ਤੋਂ 22,957 ਮਾਮਲੇ ਸਾਹਮਣੇ ਆਏ ਨੇ, 2005 ਮੌਤਾਂ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ ਨੇ। ਕਿਊਬੈਕ ਤੋਂ 43,627 ਮਾਮਲੇ ਸਾਹਮਣੇ ਆਏ ਨੇ, 3596 ਮੌਤਾਂ। ਸਸਕੈਚਵਨ ਤੋਂ 592 ਮਾਮਲੇ ਸਾਹਮਣੇ ਆਏ ਨੇ, 6 ਮੌਤਾਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਨੇ, ਨੁਨਾਵਤ ਤੋਂ ਕੋਈ ਨਹੀਂ ਤੇ ਯੂਕੋਨ ਤੋਂ 11 ਮਾਮਲੇ। ਇਸ ਤਰ੍ਹਾਂ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕਿਸਾਨਾਂ ਨੂੰ ਵਰਕ ਪਰਮਿਟ ਤੋਂ ਬਾਅਦ ਪੱਕੇ ਕਰਨ ਸੰਬੰਧੀ ਇੱਕ ਐਲਾਨ ਪਿਛਲੇ ਸਾਲ ਕੈਨੇਡਾ ਸਰਕਾਰ ਨੇ ਕੀਤਾ ਸੀ ਤੇ ਉਸੇ ਸੰਬੰਧੀ ਜੋ ਪ੍ਰੋਗਰਾਮ ਆਉਣਾ ਸੀ ਹੁਣ ਉਸ ਦਾ ਐਲਾਨ ਕਰ ਦਿੱਤਾ ਗਿਆ। ਐਗਰੀ ਫੂਡ ਪਾਇਲਟ ਪ੍ਰੋਗਰਾਮ ਖੋਲ੍ਹ ਦਿੱਤਾ ਗਿਆ ਜਿਸ ਤਹਿਤ ਤੁਸੀਂ ਕੈਨੇਡਾ ਵਿੱਚ ਵਰਕ ਪਰਮਿਟ ਲੈ ਸਕਦੇ ਹੋ, ਫਾਰਮਿੰਗ ਨਾਲ ਸੰਬੰਧਿਤ ਤੇ ਨਾਲ ਹੀ PR ਹੋਣ ਤੱਕ ਦੀ ਮਦਦ ਇਸ ਦੇ ਵਿੱਚ ਮਿਲੇਗੀ। ਤੁਹਾਨੂੰ ਦਿਖਾਉਂਦੇ ਕਿ ਆਖਿਰ ਕੀ ਹੈ ਪੂਰੀ ਇਸ ਦੇ ਬਾਰੇ ਪਹਿਲਾਂ ਜਾਣਕਾਰੀ, ਫਿਰ ਦੱਸਾਂਗੇ ਕਿ ਇਮੀਗ੍ਰੇਸ਼ਨ ਮੰਤਰੀ ਨੇ ਇਸ ਦੇ ਉੱਤੇ ਕੀ ਕੁਝ ਕਿਹਾ। ਕੈਨੇਡਾ ਸਰਕਾਰ ਵੱਲੋਂ ਐਗਰੀ ਫੂਡ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਮਈ 15 ਨੂੰ ਸ਼ੁਰੂ ਕੀਤਾ ਗਿਆ ਸੀ 2020 ਤੇ ਮਈ 14 2023 ਤੱਕ ਇਹ ਪ੍ਰੋਗਰਾਮ ਚੱਲੇਗਾ, ਜਿਸ ਤਹਿਤ 2750 ਅਰਜ਼ੀਆਂ ਲਈਆਂ ਜਾਣਗੀਆਂ। ਇਸ ਸੰਬੰਧੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਪਹਿਲਾਂ ਵਰਕ ਪਰਮਿਟ ਤੇ ਮੌਜੂਦ ਨੇ ਕੈਨੇਡਾ ਵਿੱਚ ਉਹ ਵੀ ਅਪਲਾਈ ਕਰ ਸਕਦੇ ਨੇ, ਕਿਉਂਕਿ ਐਗਰੀ ਫੂਡ ਪਾਇਲਟ ਪ੍ਰੋਗਰਾਮ ਅਜਿਹਾ ਪ੍ਰੋਗਰਾਮ ਹੈ ਜਿਸ ਤਹਿਤ PR ਵੀ ਕੈਨੇਡਾ ਦੇ ਵਿੱਚ ਲਈ ਜਾ ਸਕਦੀ ਹੈ। ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਪਰਮਾਨੈਂਟ ਰੈਜ਼ੀਡੈਂਸ ਬਣਨਾ ਸੌਖਾ ਹੋ ਜਾਵੇਗਾ ਉਹਨਾਂ ਵਾਸਤੇ ਜਿਹੜੇ ਪਹਿਲਾਂ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਨੇ। ਇਸ ਸੰਬੰਧੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਿਸ ਸੰਬੰਧੀ ਉਹਨਾਂ ਨੇ ਮਈ 15 ਨੂੰ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਐਗਰੀ ਫੂਡ ਪਾਇਲਟ ਪ੍ਰੋਗਰਾਮ ਤਹਿਤ ਜੋ ਕਿ 3 ਸਾਲ ਦਾ ਪ੍ਰੋਗਰਾਮ ਹੈ, ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਜਿਨ੍ਹਾਂ ਨੇ ਵੀ ਅਰਜ਼ੀਆਂ ਦੇਣੀਆਂ ਨੇ ਉਹ ਉਹਨਾਂ ਇੰਪਲੋਇਰਸ ਦੇ ਨਾਲ ਸੰਪਰਕ ਕਰ ਸਕਦੇ ਨੇ ਜੋ ਮੀਟ ਪ੍ਰੋਸੈਸਿੰਗ, ਮਸ਼ਰੂਮ ਤੇ ਗ੍ਰੀਨ ਹਾਊਸ ਪ੍ਰੋਡਕਸ਼ਨ ਦੇ ਵਿੱਚ ਨੇ, ਜਿਸ ਸੰਬੰਧੀ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਕਾਮਿਆਂ ਦੀ ਲੋੜ ਹੈ ਤੇ ਉਸ ਦੀ ਪੂਰਤੀ ਕਰਨ ਵਾਸਤੇ ਕਾਗਜ਼ ਲਗਾਏ ਜਾ ਸਕਦੇ ਨੇ ਤੇ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਨੇ। ਇਸ ਮੌਕੇ ਕੈਨੇਡਾ ਸਰਕਾਰ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਜਿਵੇਂ ਕਿ ਦੁਨੀਆ ਭਰ ਦੇ ਵਿੱਚ COVID-19 ਕਰਕੇ ਇਸ ਸਮੇਂ ਟਰੈਵਲ ਕਰਨ ਨੂੰ ਲੈ ਕੇ ਰੋਕ ਲੱਗੀ ਹੋਈ ਹੈ ਕਿਸੇ ਨਾ ਕਿਸੇ ਤਰ੍ਹਾਂ, ਤਾਂ ਇਸ ਨੂੰ ਦੇਖਦੇ ਹੋਏ ਜਿਹੜੇ ਵਿਅਕਤੀ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਕਿ ਉਹ ਐਗਰੀ ਫੂਡ ਪਾਇਲਟ ਪ੍ਰੋਗਰਾਮ ਤਹਿਤ ਆਪਣੀ ਅਰਜ਼ੀ ਲਾ ਸਕਦੇ ਨੇ।
ਇਸ ਪ੍ਰੋਗਰਾਮ ਤਹਿਤ ਪਹਿਲਾਂ ਵਰਕ ਪਰਮਿਟ ਮਿਲੇਗਾ ਤੇ ਫਿਰ ਉਸ ਤੋਂ ਬਾਅਦ PR ਅਪਲਾਈ ਕੀਤੀ ਜਾ ਸਕਦੀ ਹੈ। ਇਹ ਉਹਨਾਂ ਪ੍ਰੋਗਰਾਮਸ ਦੀ ਤਰ੍ਹਾਂ ਹੀ ਹੈ ਜੋ ਪਹਿਲਾਂ ਤੋਂ ਕੈਨੇਡਾ ਵਿੱਚ ਚੱਲ ਰਹੇ ਨੇ। RNIP ਪ੍ਰੋਗਰਾਮ, ਕੇਅਰ ਗਿਵਰਸ ਪਾਇਲਟ ਪ੍ਰੋਗਰਾਮ, ਗਲੋਬਲ ਸਕਿੱਲਸ ਸਟ੍ਰੈਟਜੀ ਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਤੇ ਕੁਝ ਉਸੇ ਤਰ੍ਹਾਂ ਇਸ ਦੇ ਵਿੱਚ ਵੀ ਵਰਕ ਪਰਮਿਟ ਮਿਲੇਗਾ ਤੇ ਫਿਰ ਉਸ ਤੋਂ ਬਾਅਦ ਪੱਕੇ ਹੋਇਆ ਜਾ ਸਕਦਾ ਹੈ। ਤੇ ਇਸ ਸੰਬੰਧੀ ਜਾਣਕਾਰੀ ਕੈਨੇਡਾ ਸਰਕਾਰ ਨੇ ਜਦੋਂ ਸਾਂਝੀ ਕੀਤੀ ਤਾਂ ਕਿਹਾ ਕਿ ਕੈਨੇਡਾ ਭਰ ਦੇ ਵਿੱਚ ਖੇਤੀਬਾੜੀ ਦਾ ਕੰਮ ਵੱਡੇ ਪੱਧਰ ਦੇ ਉੱਤੇ ਹੁੰਦਾ ਹੈ ਤੇ ਖੇਤੀਬਾੜੀ ਦੇ ਕਾਮਿਆਂ ਦੀ ਪੂਰਤੀ ਦੇ ਵਾਸਤੇ ਅਜਿਹੇ ਪ੍ਰੋਗਰਾਮ ਕੱਢੇ ਜਾਂਦੇ ਨੇ ਕਿਉਂਕਿ EMPLOYERS ਵੱਲੋਂ ਬਾਰ-ਬਾਰ ਮੰਗ ਕੀਤੀ ਜਾਂਦੀ ਹੈ ਕਿ ਖੇਤੀਬਾੜੀ ਦੇ ਵਿੱਚ ਉਹਨਾਂ ਦੇ ਕੋਲ ਕਾਮਿਆਂ ਦੀ ਬੇਹੱਦ ਘਾਟ ਹੈ, ਜਿਸ ਨੂੰ ਪੂਰਾ ਕਰਨ ਦੇ ਤਹਿਤ ਹੁਣ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ, ਜਿਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਭਰ ਵਿੱਚ ਆਰਥਿਕਤਾ 'ਚ ਹਿੱਸਾ ਪਾਉਣ ਲਈ ਖੇਤੀਬਾੜੀ ਦਾ ਇੱਕ ਮੁੱਖ ਯੋਗਦਾਨ ਪੈਂਦਾ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਭਰ ਵਿੱਚ 8 ਵਿੱਚੋਂ 1 ਨੌਕਰੀ ਇਸੇ ਨਾਲ ਸੰਬੰਧਿਤ ਹੁੰਦੀ ਹੈ। ਜੇਕਰ ਸਾਲ 2019 ਦੀ ਗੱਲ ਕੀਤੀ ਜਾਵੇ ਤਾਂ ਖੇਤੀਬਾੜੀ ਨਾਲ ਸੰਬੰਧਿਤ ਐਕਸਪੋਰਟ ਦੇ ਵਿੱਚ ਨਵਾਂ ਰਿਕਾਰਡ ਕੈਨੇਡਾ ਵਿੱਚ ਬਣਿਆ ਸੀ ਕਿ $67 ਬਿਲੀਅਨ ਦਾ ਇਸ ਸੰਬੰਧੀ ਵਪਾਰ 2019 ਵਿੱਚ ਕੀਤਾ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਵੱਖੋ ਵੱਖਰੇ ਪਾਇਲਟ ਪ੍ਰੋਗਰਾਮ ਜਿਹੜੇ ਸ਼ੁਰੂ ਕੀਤੇ ਗਏ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ, ਉਸ ਦੇ ਵਿੱਚ ਇਸ ਸਮੇਂ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੀ ਅਹਿਮ ਲੋੜ ਵੀ ਸੀ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਸ ਸਮੇਂ ਖੇਤੀਬਾੜੀ ਕਾਮਿਆਂ ਦੀ ਲੋੜ ਹੈ ਤੇ ਖਾਸ ਤੌਰ ਦੇ ਉੱਤੇ ਜੋ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ ਕਿ ਪਹਿਲ ਉਹਨਾਂ ਵਿਅਕਤੀਆਂ ਨੂੰ ਦਿੱਤੀ ਜਾਵੇਗੀ ਜੋ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ। ਉਹ ਇਸ ਪ੍ਰੋਗਰਾਮ ਤਹਿਤ ਕੈਨੇਡਾ ਦੇ ਵਿੱਚ ਹੋਰ ਕੰਮ ਕਰ ਸਕਦੇ ਨੇ ਤੇ PR ਦੇ ਵਾਸਤੇ ਵੀ ਅਪਲਾਈ ਕਰ ਸਕਦੇ ਨੇ ਅੱਗੇ ਜਾ ਕੇ। ਜਦੋਂ ਆਨਲਾਈਨ ਸਰਚ ਕੀਤਾ ਜਾਵੇਗਾ ਐਗਰੀ ਫੂਡ ਪਾਇਲਟ ਪ੍ਰੋਗਰਾਮ ਤਾਂ CIC ਦੇ ਵੱਲੋਂ ਜੋ ਸਾਰੀ ਜਾਣਕਾਰੀ ਇਸ ਦੇ ਬਾਰੇ ਸਾਂਝੀ ਕੀਤੀ ਗਈ ਹੈ ਉਹ ਸਾਹਮਣੇ ਆ ਜਾਵੇਗੀ, ਜਿਸ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਇਸ ਦੇ ਬਾਰੇ ਐਲਾਨ ਕਰਦੇ ਹੋਏ ਆਪਣਾ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਹੈ ਜੋ ਅਸੀਂ ਤੁਹਾਨੂੰ ਰਿਪੋਰਟ ਦੇ ਵਿੱਚ ਵੀ ਦਿਖਾਇਆ ਕਿ ਖੇਤੀਬਾੜੀ ਤੇ ਕਿੰਨੀ ਜ਼ਿਆਦਾ ਆਰਥਿਕਤਾ ਨਿਰਭਰ ਕਰਦੀ ਹੈ ਤੇ ਇਸ ਦੇ ਵਿੱਚ ਕਾਮਿਆਂ ਦੀ ਬੇਹੱਦ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਦੀ ਪੂਰਤੀ ਦੇ ਵਾਸਤੇ ਅਜਿਹੇ ਪ੍ਰੋਗਰਾਮ ਲਿਆਂਦੇ ਜਾ ਰਹੇ ਨੇ। ਇਸ ਨਾਲ ਹੀ ਅਗਲੀ ਖਬਰ ਹੈ ਕਿ EI ਜਿਹੜੇ ਵਿਅਕਤੀਆਂ ਨੂੰ ਮਿਲ ਰਹੀ ਸੀ ਜਾਂ ਮਿਲ ਰਹੀ ਹੈ ਉਹਦੇ ਵਿੱਚ ਕੁਝ ਅਜਿਹੇ ਵੀ ਨੇ ਜਿਹੜੇ ਕਹਿ ਰਹੇ ਨੇ ਕਿ EI ਸੀ ਜਿਹੜੀ ਉਹਨਾਂ ਦੀ ਉਹ ਅਗਲੇ ਮਹੀਨੇ ਜਾਂ ਫਿਰ ਇਸ ਮਹੀਨੇ ਖਤਮ ਹੋ ਰਹੀ ਹੈ ਤੇ ਇਸ ਦੇ ਵਿੱਚ ਜਿਹੜੀ ਉਹਨਾਂ ਨੂੰ ਮਦਦ ਮਿਲ ਰਹੀ ਹੈ ਤਾਂ ਉਸ ਦੇ ਵਾਸਤੇ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ CERB ਹੈ ਜਿਹੜੀ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ EI ਤੋਂ ਮਦਦ ਨਹੀਂ ਮਿਲਦੀ। ਜਿਹੜੇ ਵੀ COVID-19 ਦੇ ਦੌਰਾਨ ਯੋਗਤਾ ਰੱਖਦੇ ਨੇ ਕਿ ਉਹ CERB ਲੈ ਸਕਦੇ ਨੇ ਜਾਂ EI ਲੈ ਸਕਦੇ ਨੇ, ਉਹ ਸਰਕਾਰ ਦੇ ਵੱਲੋਂ ਜਿਹੜੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਉਸ ਤਹਿਤ ਉਹਨਾਂ ਨੂੰ ਮਦਦ ਮਿਲੇਗੀ। ਪਰ ਇਸ ਦੇ ਵਿੱਚ ਹੀ ਜੇਕਰ ਤੁਹਾਨੂੰ ਇੱਕ ਮਦਦ ਹੈ ਜੋ ਉਹ ਨਹੀਂ ਮਿਲਦੀ ਤਾਂ ਦੂਜੀ ਮਿਲੇਗੀ, ਪਰ ਦੋਵੇਂ ਜਿਹੜੀ ਮਦਦ ਦਿੱਤੀ ਜਾ ਰਹੀ ਹੈ ਦੋਵੇਂ ਤਰ੍ਹਾਂ ਦੀ ਉਹ ਇੱਕੋ ਵਿਅਕਤੀ ਨੂੰ ਇੱਕ ਸਮੇਂ ਨਹੀਂ ਮਿਲ ਸਕਦੀ। ਜੇਕਰ EI ਦੇ ਵਾਸਤੇ ਜਿਹੜਾ ਅਪਲਾਈ ਕੀਤਾ ਹੋਇਆ ਸੀ ਜਾਂ ਫਿਰ ਮਦਦ ਮਿਲ ਰਹੀ ਸੀ ਉਹ 1 ਮਹੀਨੇ ਖਤਮ ਹੋ ਜਾਂਦੀ ਹੈ ਤਾਂ ਅਗਲੇ ਮਹੀਨੇ ਵਾਸਤੇ CERB ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ ਤੇ ਇੱਕੋ ਚੀਜ਼ ਇੱਕੋ ਸਮੇਂ ਮਿਲ ਸਕਦੀ ਹੈ। ਇਹ ਨਹੀਂ ਹੈ ਕਿ ਤੁਸੀਂ ਦੋਵੇਂ ਚੀਜ਼ਾਂ ਦੇ ਵਾਸਤੇ ਇੱਕੋ ਸਮੇਂ ਅਪਲਾਈ ਕਰੋ, ਇਹ ਗੈਰ ਕਾਨੂੰਨੀ ਹੋਵੇਗਾ। ਓਨਟਾਰੀਓ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਵਿੱਚ ਅਦਾਰੇ ਜਿਹੜੇ ਕਈ ਖੋਲ੍ਹੇ ਜਾ ਰਹੇ ਨੇ, ਦੇਸ਼ ਭਰ ਦੇ ਵਿੱਚ ਵੱਖੋ ਵੱਖਰੇ ਫੈਸਲੇ ਲਏ ਜਾ ਰਹੇ ਨੇ, ਸੂਬਿਆਂ 'ਚ ਹੋਰ ਜ਼ਿਆਦਾ ਅਦਾਰੇ ਖੋਲ੍ਹੇ ਜਾ ਰਹੇ ਨੇ। ਤਾਂ ਟੋਰਾਂਟੋ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਸਿਟੀ ਆਫ ਟੋਰਾਂਟੋ ਵੱਲੋਂ ਗਾਰਬੇਜ ਡ੍ਰੌਪ ਆਫ ਕਰਨ ਵਾਸਤੇ, ਚਾਹੇ ਉਹ ਯਾਰਡ ਦੇ ਵਿੱਚੋਂ ਹੋਵੇ ਚਾਹੇ ਰੀਸਾਈਕਲ ਦਾ ਸਮਾਨ ਹੋਵੇ, ਤਾਂ ਉਸ ਦੇ ਵਾਸਤੇ 2 ਡਿਪੂ ਖੋਲ੍ਹੇ ਜਾ ਰਹੇ ਨੇ। ਤਾਂ ਉਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਸਿਟੀ ਆਫ ਟੋਰਾਂਟੋ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਵੇਂ ਕਿ ਵੱਖੋ ਵੱਖਰੇ ਪੜਾਵਾਂ ਤਹਿਤ ਸ਼ਹਿਰ ਦੇ ਵਿੱਚ ਵੱਖੋ ਵੱਖਰੀਆਂ ਸਹੂਲਤਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਵੇਸਟ ਡ੍ਰੌਪ ਆਫ ਡਿਪੂ ਵੀ ਖੋਲ੍ਹੇ ਜਾ ਰਹੇ ਨੇ, ਜਿਨ੍ਹਾਂ ਨੂੰ ਮੰਗਲਵਾਰ ਸ਼ਾਮੀ 6 ਵਜੇ ਤੋਂ ਖੋਲ੍ਹਿਆ ਜਾਵੇਗਾ। ਬਰਮਨਸੀ ਤੇ ਇਨਗ੍ਰਾਮ ਡ੍ਰੌਪ ਆਫ ਡਿਪੂ ਵੀ ਮੁੜ ਤੋਂ ਖੋਲ੍ਹੇ ਜਾ ਰਹੇ ਨੇ ਆਮ ਲੋਕਾਂ ਵਾਸਤੇ, ਜਿਨ੍ਹਾਂ ਨੂੰ ਵੀਕ ਨਾਈਟਸ ਦੇ ਲਈ ਰੀਸਾਈਕਲਿੰਗ, ਗਾਰਬੇਜ ਤੇ ਯਾਰਡ ਵੇਸਟ ਡ੍ਰੌਪ ਆਫਸ ਦੇ ਲਈ ਖੋਲ੍ਹਿਆ ਜਾ ਰਿਹਾ ਹੈ। ਇਸ ਸੰਬੰਧੀ ਸਮੇਂ ਦੱਸੇ ਗਏ ਨੇ ਕਿ ਬਰਮਨਸੀ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮੀ 6 ਵਜੇ ਤੋਂ ਰਾਤੀ 12 ਵਜੇ ਤੱਕ ਤੇ ਸਵੇਰੇ 12:30 ਤੋਂ ਸਵੇਰੇ 6 ਵਜੇ ਤੱਕ ਖੁੱਲ੍ਹਾ ਰਹੇਗਾ ਤੇ ਸ਼ੁੱਕਰਵਾਰ ਦੇ ਦਿਨ ਸ਼ਾਮ ਨੂੰ 6 ਵਜੇ ਤੋਂ ਰਾਤੀ 9 ਵਜੇ ਤੱਕ ਹੀ ਖੁੱਲ੍ਹਾ ਰਹੇਗਾ। ਇਨਗ੍ਰਾਮ ਦੇ ਲਈ ਦੱਸਿਆ ਗਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ ਅੱਧੀ ਰਾਤ ਤੱਕ ਖੁੱਲ੍ਹਾ ਰਹੇਗਾ ਤੇ ਸਵੇਰੇ 12:30 ਵਜੇ ਤੋਂ ਸਵੇਰੇ 6 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਸੰਬੰਧੀ ਇਹ ਸਮਾਂ ਦਿੱਤਾ ਗਿਆ ਹੈ ਜਿਸ ਦੌਰਾਨ ਵੇਸਟ ਡ੍ਰੌਪ ਆਫ ਦੇ ਵਾਸਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਕ ਪੰਜਾਬੀ ਬਜ਼ੁਰਗ ਸ਼ੁੱਕਰਵਾਰ ਤੋਂ ਲਾਪਤਾ ਹੈ ਡੈਲਟਾ ਦੇ ਵਿੱਚੋਂ, ਜਿਸ ਦੇ ਬਾਰੇ ਪੁਲਿਸ ਨੇ ਉਹਨਾਂ ਨੂੰ ਲੱਭਣ ਵਾਸਤੇ ਸਹਿਯੋਗ ਮੰਗਿਆ ਹੈ।
ਡੈਲਟਾ ਪੁਲਿਸ ਦੇ ਵੱਲੋਂ ਮਦਦ ਦੀ ਮੰਗ ਕੀਤੀ ਗਈ ਹੈ। ਦਰਅਸਲ ਡੈਲਟਾ ਤੋਂ ਪੰਜਾਬੀ ਵਿਅਕਤੀ ਜਰਨੈਲ ਸੰਘੇੜਾ ਲਾਪਤਾ ਹੈ। ਸੰਘੇੜਾ ਨੂੰ ਲੱਭਣ ਦੇ ਵਾਸਤੇ ਮਦਦ ਦੀ ਮੰਗ ਕਰਦੇ ਹੋਏ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਮਈ 15 ਤੋਂ ਲਾਪਤਾ ਨੇ, ਜਿਨ੍ਹਾਂ ਦਾ ਘਰ ਨੋਡਲ ਵੇ ਦੇ ਕੋਲ ਤੇ 116 ਸਟਰੀਟ ਦੇ ਕੋਲ ਨਾਰਥ ਡੈਲਟਾ ਦੇ ਵਿੱਚ ਹੈ। ਸੰਘੇੜਾ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਹ ਇੱਕ ਪੰਜਾਬੀ ਵਿਅਕਤੀ ਹੈ ਜਿਸ ਦਾ ਕੱਦ 5 ਫੁੱਟ 8 ਇੰਚ ਹੈ ਤੇ ਆਖਰੀ ਵਾਰ ਉਹਨਾਂ ਨੂੰ ਨੀਲੀ ਦਸਤਾਰ ਦੇ ਨਾਲ ਦੇਖਿਆ ਗਿਆ ਸੀ। ਜਿਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸਿਰਫ ਪੰਜਾਬੀ ਬੋਲ ਤੇ ਸਮਝ ਸਕਦੇ ਨੇ। ਇਸ ਸੰਬੰਧੀ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਡੈਲਟਾ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੈਮਲੂਪਸ ਦੇ ਵਿੱਚ ਇੱਕ ਜੈਟ ਕ੍ਰੈਸ਼ ਹੋ ਗਿਆ ਸੀ ਕੈਨੇਡੀਅਨ ਆਰਮਡ ਫੋਰਸਿਸ ਦਾ, ਤੇ ਉਸ ਦੇ ਵਿੱਚ ਇੱਕ ਅਧਿਕਾਰੀ ਦੀ ਜਾਨ ਵੀ ਚਲੀ ਗਈ। ਤੁਹਾਨੂੰ ਦਿਖਾਉਂਦੇ ਕਿ ਆਖਿਰ ਕੀ ਹੋਇਆ ਸੀ ਪੂਰਾ ਮਾਮਲਾ ਤੇ ਹੁਣ ਕਿਸ ਤਰ੍ਹਾਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ। ਕੈਨੇਡਾ ਭਰ ਵਿੱਚ ਕੋਵਿਡ-19 ਦੇ ਤਹਿਤ ਐਸੈਂਸ਼ੀਅਲ ਵਰਕਰਸ ਨੂੰ ਸਨੋਬਰਡਸ ਐਰੋਬੈਟਿਕ ਟੀਮ ਦੇ ਵੱਲੋਂ ਜੈਟਸ ਦੇ ਰਾਹੀਂ ਸਰਾਹਨਾ ਦਿੱਤੀ ਜਾ ਰਹੀ ਸੀ, ਜਿਸ ਤੋਂ ਬਾਅਦ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚੋਂ ਇੱਕ ਜੈਟ ਇਸ ਮੌਕੇ ਕ੍ਰੈਸ਼ ਹੋ ਗਿਆ। ਜੈਟ ਦੇ ਕ੍ਰੈਸ਼ ਹੋਣ ਨਾਲ ਕੈਪਟਨ ਜੈਨ ਕੈਸੀ, ਜੋ ਕਿ ਪਬਲਿਕ ਅਫੇਅਰਸ ਆਫੀਸਰ ਸੀ, ਉਹਨਾਂ ਦੀ ਜਾਨ ਚਲੀ ਗਈ। ਐਤਵਾਰ ਦੀ ਇਹ ਘਟਨਾ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਵਿੱਚ ਵਾਪਰੀ ਤੇ ਰਿਹਾਇਸ਼ੀ ਖੇਤਰ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ। ਇਸ ਦੌਰਾਨ ਕਿਸੇ ਹੋਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜਹਾਜ਼ ਦੇ ਵਿੱਚ ਪਾਇਲਟ ਕੈਪਟਨ ਰਿਚਰਡ ਵੀ ਮੌਜੂਦ ਸਨ, ਜੋ ਕਿ ਨਿਊ ਬਰੰਸਵਿਕ ਦੇ ਰਹਿਣ ਵਾਲੇ ਨੇ, ਤੇ ਉਹ ਇਸ ਕ੍ਰੈਸ਼ ਤੋਂ ਬਚ ਗਏ। ਜੋ ਜ਼ਖਮੀ ਹੀ ਹੋਏ ਤੇ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ, ਪਰ ਉਹਨਾਂ ਦੀ ਹਾਲਤ ਗੰਭੀਰ ਨਹੀਂ ਹੈ। ਇਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਜਿਨ੍ਹਾਂ ਦੀ ਜਾਨ ਗਈ ਕੈਪਟਨ ਜੈਨ ਕੈਸੀ ਨੇ ਸਾਲ 2014 ਵਿੱਚ ਕੈਨੇਡੀਅਨ ਫੋਰਸਿਸ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਸਨੋਬਰਡਸ ਦੇ ਲਈ 2018 ਨਵੰਬਰ ਤੋਂ ਕੰਮ ਕਰ ਰਹੇ ਸਨ। ਰਾਇਲ ਕੈਨੇਡੀਅਨ 에ਅਰ ਫੋਰਸ ਦੇ ਵੱਲੋਂ ਉਹਨਾਂ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੈਨ ਕੈਸੀ ਹੈਲੀਫੈਕਸ ਤੋਂ ਸੀ, ਜੋ ਕਿ ਇੱਕ ਸਾਬਕਾ ਪੱਤਰਕਾਰ ਸੀ, ਜੋ ਕਿ ਰਿਪੋਰਟਰ ਐਂਕਰ ਪ੍ਰੋਡਿਊਸਰ ਵਜੋਂ ਨਿਊਜ਼ 95.7 ਦੇ ਲਈ ਕੰਮ ਕਰਦੀ ਸੀ ਤੇ ਇਸ ਤੋਂ ਬਾਅਦ ਕੈਨੇਡੀਅਨ ਆਰਮਡ ਫੋਰਸਿਸ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਵੀ ਤਸਵੀਰ ਜਾਰੀ ਕਰਕੇ ਜੈਨ ਕੈਸੀ ਨੂੰ ਯਾਦ ਕੀਤਾ ਗਿਆ ਤੇ ਸ਼ਰਧਾਂਜਲੀ ਦਿੱਤੀ ਗਈ। ਦੇਸ਼ ਭਰ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਜੈਨ ਕੈਸੀ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਇਸ ਸੰਬੰਧੀ ਹੈਲੀਫੈਕਸ ਦੇ ਵਿੱਚ ਵੀ ਪ੍ਰੀਮੀਅਰ ਦੇ ਵੱਲੋਂ ਖਾਸ ਤੌਰ ਦੇ ਉੱਤੇ ਸ਼ਰਧਾਂਜਲੀ ਦਿੱਤੀ ਗਈ ਹੈ। ਰਿਚਮੰਡ ਵਿੱਚ ਕਈ ਥਾਵਾਂ ਤੋਂ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ। ਕਰੀਬ 15 ਮਾਮਲਿਆਂ ਵਿੱਚ ਪੁਲਿਸ ਦਾ ਮੰਨਣਾ ਹੈ ਕਿ ਇੱਕੋ ਵਿਅਕਤੀ ਇਸ ਦੇ ਪਿੱਛੇ ਹੈਗਾ, ਜਿਸ ਸੰਬੰਧੀ ਇੱਕ ਸਕੈਚ ਹੁਣ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦਿਖਾਉਂਦੇ ਕਿ ਕੀ ਹੈ ਪੂਰਾ ਮਾਮਲਾ। ਰਿਚਮੰਡ RCMP ਨੇ ਇੱਕ ਸ਼ੱਕੀ ਵਿਅਕਤੀ ਨੂੰ ਲੱਭਣ ਵਾਸਤੇ ਉਸ ਦਾ ਸਕੈਚ ਜਾਰੀ ਕੀਤਾ ਹੈ। ਮਾਮਲਾ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਦਾ ਹੈ, ਜਿਸ ਸੰਬੰਧੀ ਰਿਚਮੰਡ RCMP ਨੇ ਜਾਣਕਾਰੀ ਦਿੱਤੀ ਹੈ ਕਿ 15 ਥਾਵਾਂ ਦੇ ਉੱਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ, ਜਿਸ ਦੇ ਵਿੱਚ 14 ਮਾਮਲੇ ਜਨਵਰੀ ਤੋਂ ਲੈ ਕੇ ਅਪ੍ਰੈਲ ਦੇ ਦਰਮਿਆਨ 2020 ਚ ਸਾਹਮਣੇ ਆਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਅੱਗ ਲਗਾਉਣ ਦੀ ਕੋਸ਼ਿਸ਼ ਹਰ ਵਾਰ ਗਾਰਬੇਜ ਬਿਨਸ ਦੇ ਵਿੱਚ ਜਾਂ ਹੈਜਸ ਦੇ ਵਿੱਚ ਕੀਤੀ ਗਈ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਸਾਰੇ ਮਾਮਲੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਪੁਲਿਸ ਨੇ ਕਿਹਾ ਕਿ ਜੇਕਰ ਇਸ ਵਿਅਕਤੀ ਨੂੰ ਲੱਭਣ ਦੇ ਵਿੱਚ ਨਾਕਾਮਯਾਬੀ ਹਾਸਲ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਇਸ ਦੇ ਵੱਲੋਂ ਜੋ ਅੱਗ ਲਗਾਉਣ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਜ਼ਿਆਦਾ ਨੁਕਸਾਨ ਵੀ ਭਵਿੱਖ 'ਚ ਹੋ ਸਕਦਾ ਹੈ। ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਮੈਕੈਲਨ ਰੋਡ ਤੇ ਸੈਂਟ ਐਲਬਨਸ ਰੋਡ, ਬੈਨਟ ਰੋਡ ਤੇ ਐਫਟਨ ਡਰਾਈਵ, ਇਹਨਾਂ ਥਾਵਾਂ ਦੇ ਦਰਮਿਆਨ ਹੀ ਅੱਗ ਲੱਗਣ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ। ਰਾਤੀ 11 ਵਜੇ ਤੋਂ ਬਾਅਦ ਸਵੇਰੇ 6 ਵਜੇ ਤੋਂ ਪਹਿਲਾਂ ਅੱਗ ਲਗਾਈ ਜਾਂਦੀ ਹੈ ਤੇ ਇਸ ਸੰਬੰਧੀ ਜਿਸ ਵਿਅਕਤੀ ਦਾ ਸਕੈਚ ਜਾਰੀ ਕੀਤਾ ਗਿਆ ਹੈ ਉਸ ਦੀ ਉਮਰ 17 ਤੋਂ 19 ਸਾਲ ਦੇ ਦਰਮਿਆਨ ਹੋਣ ਦੀ ਗੱਲ ਕਹੀ ਗਈ ਹੈ। 5 ਫੁੱਟ 6 ਇੰਚ ਦੇ ਕਰੀਬ ਉਸ ਦਾ ਕੱਦ ਦੱਸਿਆ ਗਿਆ ਹੈ ਤੇ 160 ਪਾਉਂਡ ਭਾਰ ਦੱਸਿਆ ਗਿਆ ਹੈ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਵੀ ਉਸ ਦੇ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ। ਤਾਂ ਉਧਰ ਵੈਨਕੂਵਰ ਪੁਲਿਸ ਨੇ ਵੀ ਕੁਝ ਅਜਿਹੀ ਹੀ ਜਾਣਕਾਰੀ ਸਾਂਝੀ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸ਼ੱਕੀ ਅੱਗ ਲੱਗਣ ਦੇ ਮਾਮਲੇ 14 ਮਈ ਤੋਂ ਕਾਫੀ ਜ਼ਿਆਦਾ ਸਾਹਮਣੇ ਆਏ ਨੇ, ਜਿਨ੍ਹਾਂ ਕਿਹਾ ਕਿ ਮਾਰਚ ਦੇ ਅੱਧ ਤੋਂ ਲੈ ਕੇ ਮਈ ਦੇ ਅੱਧ ਤੱਕ 83% ਤੱਕ ਅੱਗ ਲੱਗਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਜੋ ਕਿ ਇਸੇ ਸਮੇਂ ਦਰਮਿਆਨ ਸਾਲ 2019 ਵਿੱਚ 83% ਤੱਕ ਅੱਗ ਲੱਗਣ ਦੇ ਮਾਮਲੇ ਘੱਟ ਸਾਹਮਣੇ ਆਏ ਸਨ। ਕੈਨੇਡਾ ਸਰਕਾਰ ਦੇ ਵੱਲੋਂ ਬੱਚਿਆਂ ਦੀ ਮਦਦ ਵਾਸਤੇ ਜਿਹੜਾ ਮਾਪਿਆਂ ਨੂੰ ਖਰਚਾ ਦਿੱਤਾ ਜਾਂਦਾ ਹੈ ਹਰ ਮਹੀਨੇ, ਉਸ ਦੇ ਵਿੱਚ ਮਈ ਮਹੀਨੇ ਵਾਸਤੇ $300 ਤੱਕ ਦਾ ਵਾਧਾ ਕੀਤਾ ਗਿਆ ਹੈ।
ਮਈ 2020 ਦੇ ਵਾਸਤੇ ਇਸ ਸੰਬੰਧੀ ਜਾਣਕਾਰੀ ਕੈਨੇਡਾ ਸਰਕਾਰ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਵੀ ਸਾਂਝੀ ਕੀਤੀ ਗਈ ਹੈ। ਹੁਣ ਇਸ ਵਿੱਚ ਇਹ ਹੈ ਕਿ ਜੋ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ $300 ਤੱਕ ਦਾ ਵਾਧਾ ਹੈ। ਤਾਂ ਹਰ ਕੋਈ ਇਸ ਸਮੇਂ ਇਹ ਉਮੀਦ ਨਾ ਲਾਈ ਬੈਠੇ ਕਿ $300 ਹਰ ਇੱਕ ਨੂੰ ਮਿਲਣਗੇ। ਇਹ ਉਸ ਹਿਸਾਬ ਨਾਲ ਮਿਲੇਗਾ ਜਿਸ ਹਿਸਾਬ ਨਾਲ ਮਾਪਿਆਂ ਦੀ ਕਮਾਈ ਹੈ ਤੇ ਉਹ ਯੋਗਤਾ ਰੱਖਦੇ ਨੇ। $300 ਤੱਕ ਕਿੰਨੇ ਵੀ ਪੈਸੇ ਮਿਲ ਸਕਦੇ ਨੇ ਤੇ ਉਹ ਇੱਕ ਵਾਰ ਹੀ ਪੇਮੈਂਟ ਆਉਣੀ ਹੈ। ਇਹ ਨਹੀਂ ਹੈਗਾ ਕਿ ਹਰੇਕ ਮਹੀਨੇ ਆਵੇਗੀ। ਤਾਂ ਵਨ ਟਾਈਮ ਜਿਹੜੀ ਇਹ ਮਦਦ ਹੈ ਦਿੱਤੀ ਜਾ ਰਹੀ ਹੈ ਜੋ ਕਿ ਮਈ 2020 ਦੇ ਵਿੱਚ ਹੈ। ਇਸ ਸੰਬੰਧੀ $300 ਤੱਕ ਦੀ ਮਦਦ ਦਿੱਤੀ ਜਾਵੇਗੀ ਤੇ ਹਰ ਇੱਕ ਨੂੰ $300 ਨਹੀਂ ਮਿਲਣਗੇ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਇਸ ਵਾਸਤੇ ਯੋਗਤਾ ਰੱਖਦੇ ਨੇ ਉਸ 'ਚ ਸਭ ਤੋਂ ਪਹਿਲੀ ਗੱਲ ਹੋਣੀ ਚਾਹੀਦੀ ਹੈ ਕਿ CCB ਯਾਨੀ ਕਿ ਕੈਨੇਡਾ ਚਾਈਲਡ ਬੈਨੀਫਿਟ ਵਾਸਤੇ ਬੱਚੇ ਦੀ ਉਮਰ ਯੋਗਤਾ ਰੱਖਣੀ ਚਾਹੀਦੀ ਹੈ। ਤੇ ਦੂਜੀ ਚੀਜ਼ ਕਿ ਮਾਪਿਆਂ ਦੇ ਵੱਲੋਂ 2018 ਦਾ ਟੈਕਸ ਭਰਵਾਇਆ ਹੋਇਆ ਜ਼ਰੂਰੀ ਚਾਹੀਦਾ ਹੈ, ਜਿਸ ਵਿੱਚ ਜੇਕਰ ਦੋਵਾਂ ਮਾਪਿਆਂ ਦੇ ਵਿੱਚੋਂ ਇੱਕ ਜਣਾ ਵੀ ਕੰਮ ਕਰਦਾ ਤਾਂ ਇੱਕ ਦਾ ਵੀ 2018 ਦਾ ਟੈਕਸ ਭਰਵਾਇਆ ਹੋਇਆ ਹੋਣਾ ਜ਼ਰੂਰੀ ਹੈ। ਇਸ ਦੇ ਵਿੱਚ ਸਰਕਾਰ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ 2018 ਦਾ ਟੈਕਸ ਹਜੇ ਤੱਕ ਨਹੀਂ ਭਰਵਾਇਆ ਤਾਂ ਉਹ ਭਰਵਾ ਸਕਦਾ, ਜਿਸ ਤੋਂ ਬਾਅਦ ਉਹ ਯੋਗਤਾ ਰੱਖਣਗੇ ਤੇ ਬੱਚੇ ਦੀ CCB ਦੇ ਵਾਸਤੇ ਜਿਹੜੀ ਮਦਦ ਆਉਂਦੀ ਹੈ ਉਹ ਮਦਦ ਤੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਇੱਕ ਵਾਰ $300 ਤੱਕ ਦੀ ਵਾਧੂ ਮਦਦ ਦਿੱਤੀ ਜਾ ਰਹੀ ਹੈ ਮਈ ਮਹੀਨੇ, ਉਹ ਵੀ ਮਿਲ ਜਾਵੇਗੀ। ਹੁਣ ਇਸ ਦੇ ਵਿੱਚ ਵੱਖੋ ਵੱਖਰੇ ਸਵਾਲ ਸਾਹਮਣੇ ਆਉਂਦੇ ਨੇ ਕਿ ਜੇਕਰ ਕੋਈ ਨਵੇਂ ਮਾਪੇ ਆਏ ਨੇ ਕਿ ਉਹ PR ਹੋ ਕੇ ਕੈਨੇਡਾ ਆਏ ਨੇ ਜਾਂ ਫਿਰ ਵਰਕ ਪਰਮਿਟ 'ਤੇ ਨੇ, ਤਾਂ ਜੇਕਰ ਉਹ ਜਨਵਰੀ ਦੇ ਵਿੱਚ ਹੀ ਆਏ ਤਾਂ ਕੀ ਉਹਨਾਂ ਨੂੰ ਮਦਦ ਮਿਲੇਗੀ? ਬਿਲਕੁਲ ਮਿਲੇਗੀ। ਇਸ ਦੇ ਵਿੱਚ ਸਰਕਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਪਣੀ ਵਰਲਡ ਇਨਕਮ ਦਿਖਾ ਸਕਦੇ ਨੇ, ਯਾਨੀ ਕਿ ਪਿਛਲੇ ਸਾਲ ਦੀ ਜਿਹੜੀ ਵੀ ਕੰਟਰੀ ਦੇ ਵਿੱਚ ਉਹ ਰਹਿ ਰਹੇ ਸੀ ਉਸ ਦੇਸ਼ ਦੀ ਵਿੱਚ ਜਿਹੜੇ ਉਹ ਨੌਕਰੀ ਕਰਦੇ ਸੀ ਉੱਥੋਂ ਕੀ ਇਨਕਮ ਸੀ ਤੇ ਉਸ ਸੰਬੰਧੀ ਉਹ ਜਾਣਕਾਰੀ ਦੇ ਸਕਦੇ ਨੇ। CRA ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ, ਫੋਨ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ ਤਾਂ ਉਹਨਾਂ ਨੂੰ ਵੀ ਆਪਣੇ ਬੱਚੇ ਦਾ ਖਰਚਾ ਮਿਲੇਗਾ। 1 ਜਨਵਰੀ 2019 ਤੋਂ ਲੈ ਕੇ 30 ਅਪ੍ਰੈਲ 2020 ਤੱਕ ਕਦੀ ਵੀ ਤੁਸੀਂ ਕੈਨੇਡਾ ਦੇ ਵਿੱਚ ਆਏ ਹੋ ਤੇ ਜੇਕਰ ਤੁਹਾਨੂੰ ਹਜੇ ਤੱਕ ਆਪਣੇ ਬੱਚੇ ਦੇ ਸੰਬੰਧੀ ਖਰਚਾ ਸਰਕਾਰ ਤੋਂ ਨਹੀਂ ਮਿਲ ਰਿਹਾ ਤਾਂ ਤੁਸੀਂ CRA ਤੋਂ ਜਾਣਕਾਰੀ ਸੰਬੰਧੀ ਲੈ ਸਕਦੇ ਹੋ ਤੇ ਉਹਨਾਂ ਨੂੰ ਦੱਸ ਸਕਦੇ ਹੋ ਕਿ ਜਿਹੜੇ ਦੇਸ਼ 'ਚ ਤੁਸੀਂ ਆਏ ਹੋ ਉੱਥੇ ਤੁਹਾਡੀ 1 ਸਾਲ ਦੀ ਤਨਖਾਹ ਕਿੰਨੀ ਸੀ, ਤਾਂ ਉਸ ਸੰਬੰਧੀ ਤੁਹਾਨੂੰ ਉਸ ਹਿਸਾਬ ਦੇ ਨਾਲ ਬੱਚੇ ਦਾ ਖਰਚਾ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਸਰਕਾਰ ਵੱਲੋਂ ਮਦਦ ਮਿਲੇਗੀ। ਤਾਂ ਇਸ ਦੇ ਨਾਲ ਹੀ ਇੱਕ ਅਹਿਮ ਗੱਲ ਹੋਰ ਹੈ ਕਿ ਜਿਹੜੇ ਮਾਪੇ ਵੱਖੋ ਵੱਖਰੇ ਰਹਿੰਦੇ ਨੇ ਤਾਂ ਉਸ ਦੇ ਲਈ ਸਰਕਾਰ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਉਹਨਾਂ ਨੂੰ CCB ਦੀ ਪੇਮੈਂਟ ਡਿਵਾਈਡ ਹੋ ਕੇ ਮਿਲਦੀ ਹੈ ਕਿ ਕਸਟਡੀ ਜਿਸ ਦੇ ਕੋਲ ਹੁੰਦੀ ਹੈ ਜਾਂ ਫਿਰ ਦੋਵਾਂ ਦੇ ਕੋਲ ਜੇ ਅੱਧੀ ਹੋਵੇ ਤਾਂ ਦੋਨਾਂ ਨੂੰ ਅੱਧੀ ਮਦਦ ਮਿਲਦੀ ਹੈ, ਜਾਂ ਫਿਰ ਜੇ ਇੱਕੋ ਮਾਪੇ ਦੇ ਕੋਲ ਹੋਵੇ ਤਾਂ ਇੱਕੋ ਮਾਪੇ ਨੂੰ ਸਾਰੀ ਪੇਮੈਂਟ ਮਿਲਦੀ ਹੈ। ਤਾਂ ਜਿਹੜੀ ਹੁਣ ਇਹ $300 ਤੱਕ ਦੀ ਮਦਦ ਆਉਣੀ ਹੈ ਉਹ ਵੀ ਕੁਝ ਉਸੇ ਤਰ੍ਹਾਂ ਆਉਣੀ ਹੈ ਕਿ ਜਿਹੜੇ ਪੈਸੇ ਵਾਧੂ ਆਉਣੇ ਨੇ ਉਹ ਦੋਵਾਂ ਦੇ ਵਿੱਚ ਜਾਂ ਤਾਂ ਤਕਸੀਮ ਹੋ ਜਾਣਗੇ ਜਾਂ ਫਿਰ ਇੱਕੋ ਮਾਪੇ ਨੂੰ ਜਿਹਦੇ ਕੋਲ ਕਸਟਡੀ ਬੱਚੇ ਦੀ ਹੈਗੀ ਹੈ ਉਹਨੂੰ ਮਿਲਣਗੇ। ਉਸ ਦੇ ਉੱਤੇ ਨਿਰਭਰ ਕਰਦਾ ਕਿ ਬੱਚਾ ਕਿਸ ਦੇ ਕੋਲ ਰਹਿੰਦਾ ਹੈ। ਤੇ ਇਸੇ ਨਾਲ ਸੰਬੰਧਿਤ ਕੈਨੇਡਾ ਸਰਕਾਰ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ CCB ਦੇ ਵਾਸਤੇ ਜੇਕਰ ਤੁਸੀਂ ਯੋਗਤਾ ਰੱਖਦੇ ਹੋ ਤਾਂ ਤੁਸੀਂ ਅਪਲਾਈ ਵੀ ਜ਼ਰੂਰ ਕਰੋ ਤਾਂ ਕਿ ਬੱਚੇ ਦੇ ਸੰਬੰਧਿਤ ਖਰਚਾ ਤੁਹਾਨੂੰ ਮਿਲ ਸਕੇ। ਤਾਂ ਇਸ ਦੇ ਵਿੱਚ ਨਾ ਸਿਰਫ ਜਿਹੜੇ ਮਾਂ ਬਾਪ ਨੇ ਉਹ ਇੱਕ ਦੂਜੇ ਵਿੱਚੋਂ ਕਿਸੇ ਦੀ ਵੀ ਜੇਕਰ ਦੋਨੇ ਕਮਾਉਂਦੇ ਨੇ ਤਾਂ ਦੋਵੇਂ ਆਪਣੀ ਕਮਾਈ ਜਿਹੜਾ ਉਹਦੇ ਉੱਤੇ ਟੈਕਸ ਭਰਵਾਇਆ ਹੈ ਉਸ ਦੇ ਬਾਰੇ ਜਾਣਕਾਰੀ ਦੇ ਸਕਦੇ ਨੇ। ਤੇ ਜਿਹੜੇ ਪਹਿਲਾਂ ਤੋਂ ਹੀ ਐਲੀਜੀਬਲ ਨੇ ਜਿਨ੍ਹਾਂ ਨੂੰ ਹਰ ਮਹੀਨੇ CCB ਆਉਂਦੀ ਸੀ ਉਹਨਾਂ ਨੂੰ ਕਿਤੇ ਕੁਝ ਅਪਲਾਈ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿੱਧੀ ਜਿਹੜੀ ਇਸ ਵਾਰ ਮਈ ਮਹੀਨੇ ਵਾਧੂ ਪੇਮੈਂਟ ਮਿਲਣੀ ਹੈ ਅਕਾਊਂਟ ਦੇ ਵਿੱਚ ਪਹੁੰਚ ਜਾਵੇਗੀ ਤੇ ਜਿੰਨੀ ਉਹ ਯੋਗਤਾ ਰੱਖਦੇ ਨੇ ਉਨੀ ਪਹੁੰਚ ਜਾਵੇਗੀ। ਵੱਖੋ ਵੱਖਰੇ ਇਸ ਸਮੇਂ ਮੌਸਮ ਦੀ ਤਬਦੀਲੀ ਦੇ ਨਾਲ ਹੋਰ ਬਿਮਾਰੀਆਂ ਵੀ ਜਦੋਂ ਹੁੰਦੀਆਂ ਨੇ ਤਾਂ ਖਾਸ ਤੌਰ ਦੇ ਉੱਤੇ ਸੀਜ਼ਨਲ ਐਲਰਜੀਜ਼ ਦਾ ਸਮਾਂ ਵੀ ਹੈਗਾ। ਤਾਂ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਐਲਰਜੀ ਤੇ COVID-19 ਦੇ ਲੱਛਣਾਂ ਨੂੰ ਕਿਵੇਂ ਵੱਖੋ ਵੱਖਰੇ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ। ਇਹ ਸਾਲ ਦਾ ਉਹ ਸਮਾਂ ਹੈ ਜਦੋਂ ਸੀਜ਼ਨਲ ਐਲਰਜੀਜ਼ ਵੀ ਹੁੰਦੀਆਂ ਨੇ, ਜੋ ਵਿਅਕਤੀ ਥੋੜੀ ਦੇਰ ਵੀ ਬਾਹਰ ਜਾ ਕੇ ਆਉਂਦੇ ਨੇ ਉਹਨਾਂ ਨੂੰ ਜਾਂ ਛਿੱਕਾਂ ਲੱਗ ਜਾਂਦੀਆਂ ਨੇ ਜਾਂ ਗਲੇ 'ਚ ਸੋਜਨ ਆ ਜਾਂਦੀ ਹੈ, ਨੱਕ ਵਿੱਚ ਖਾਰਿਸ਼ ਹੋਈ ਜਾਂਦੀ ਹੈ ਤੇ ਹੋਰ ਵੀ ਬਹੁਤ ਸਾਰੇ ਅਜਿਹੇ ਲੱਛਣ ਨੇ ਜੋ COVID-19 ਦੇ ਨਾਲ ਮੇਲ ਖਾਂਦੇ ਨੇ, ਜਿਸ ਕਰਕੇ ਵਿਅਕਤੀਆਂ ਦਰਮਿਆਨ ਇਹ ਜੁਦਾ ਕਰ ਪਾਉਣਾ ਔਖਾ ਹੋਇਆ ਪਿਆ ਕਿ ਉਸ ਨੂੰ ਐਲਰਜੀ ਹੈ ਜਾਂ ਫਿਰ COVID-19 ਦੀ ਸ਼ਿਕਾਇਤ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਵੱਲੋਂ ਜੋ ਸੂਚੀ ਜਾਰੀ ਕੀਤੀ ਗਈ ਹੈ ਕਿ COVID-19 ਦੇ ਲੱਛਣ ਕੀ ਹੁੰਦੇ ਨੇ, ਉਸ ਦੇ ਵਿੱਚ ਹੈ ਕਿ ਖੰਘ ਹੁੰਦੀ ਹੈ, ਬੁਖਾਰ, ਸਾਹ ਲੈਣ 'ਚ ਦਿੱਕਤ, ਜੋ ਸਭ ਤੋਂ ਜ਼ਿਆਦਾ ਅਹਿਮ ਲੱਛਣ ਨੇ ਜੇ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਹੁੰਦਾ ਹੈ। ਪਰ ਇਸੇ ਦੌਰਾਨ ਵਿਅਕਤੀਆਂ ਨੂੰ ਗਲਾ ਖਰਾਬ, ਥਕਾਵਟ, ਸਿਰ ਦਰਦ, ਠੰਡ ਲੱਗਣੀ, ਸਰੀਰ ਦੁਖਣਾ ਤੇ ਸੁੰਘਣ ਸ਼ਕਤੀ ਘਟ ਜਾਣੀ, ਇਹ ਵੀ COVID-19 ਦੇ ਮਰੀਜ਼ਾਂ ਦੇ ਵਿੱਚ ਲੱਛਣ ਪਾਏ ਗਏ ਨੇ।
ਪਰ ਇਸੇ ਦੌਰਾਨ ਕੁਝ ਅਜਿਹੇ ਹੀ ਲੱਛਣ ਉਹਨਾਂ ਵਿੱਚ ਵੀ ਪਾਏ ਜਾਂਦੇ ਨੇ ਜਿਨ੍ਹਾਂ ਨੂੰ ਸੀਜ਼ਨਲ ਐਲਰਜੀਜ਼ ਹੁੰਦੀਆਂ ਨੇ, ਜਿਸ ਕਰਕੇ ਫਾਰਮਾਸੇਵ ਦੇ ਵੱਲੋਂ ਕੁਝ ਜਾਣਕਾਰੀ ਜਾਰੀ ਕੀਤੀ ਗਈ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਦੌਰਾਨ ਜੇਕਰ ਕੋਈ ਬਾਹਰ ਜਾ ਕੇ ਆਉਂਦਾ ਥੋੜ੍ਹੀ ਦੇਰ ਵੀ ਤੇ ਐਲਰਜੀ ਹੁੰਦੀ ਹੈ ਤਾਂ ਉਹ ਐਲਰਜੀ ਦੇ ਲੱਛਣ ਕੀ ਨੇ, ਜਿਸ ਨਾਲ ਉਹ ਦੇਖ ਸਕਦੇ ਨੇ ਵਿਅਕਤੀ ਜਿਨ੍ਹਾਂ ਨੂੰ ਐਲਰਜੀ ਹੁੰਦੀ ਹੈ ਕਿ ਉਹ ਕੋਵਿਡ-19 ਦੇ ਨਹੀਂ ਸਗੋਂ ਐਲਰਜੀ ਦੇ ਸ਼ਿਕਾਰ ਹੋਏ ਨੇ। ਕਿਉਂਕਿ ਇਸ ਸਮੇਂ ਜਦੋਂ ਕੋਈ ਵੀ ਬਿਮਾਰ ਹੋ ਰਿਹਾ ਹੈ ਤਾਂ ਇਹੋ ਜਿਹੇ ਹੀ ਲੱਛਣ ਜਿਨ੍ਹਾਂ ਦੇ ਬਿਮਾਰ ਹੋਣ ਤੋਂ ਬਾਅਦ ਦਿਖਾਈ ਦਿੰਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ, ਪਰ ਇਸ ਦੌਰਾਨ ਉਹ ਕਿਵੇਂ ਦੇਖ ਸਕਦੇ ਨੇ ਕਿ ਉਹਨਾਂ ਨੂੰ ਐਲਰਜੀ ਹੋਈ ਹੈ ਜਾਂ ਕੋਵਿਡ-19 ਹੋਇਆ। ਤਾਂ ਇਸ ਸੰਬੰਧੀ ਫਾਰਮਾਸੇਵ ਦੇ ਵੱਲੋਂ ਜੋ ਜਾਣਕਾਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਨੂੰ ਬੁਖਾਰ ਦੇ ਵਿੱਚ ਬਹੁਤ ਠੰਡ ਲੱਗਦੀ ਹੈ, ਇਹ ਕੋਵਿਡ-19 ਦੇ ਲੱਛਣ ਹੋ ਸਕਦੇ ਨੇ, ਇਹ ਐਲਰਜੀ ਦੇ ਵਿੱਚ ਨਹੀਂ ਹੁੰਦਾ ਆਮ ਤੌਰ ਦੇ ਉੱਤੇ। ਇਸ ਤੋਂ ਬਾਅਦ ਹੈ ਖਾਰਿਸ਼ ਹੋਣੀ। ਜੇਕਰ ਅੱਖਾਂ, ਨੱਕ ਤੇ ਗਲੇ ਵਿੱਚ ਖਾਰਿਸ਼ ਹੋ ਰਹੀ ਹੈ ਤੇ ਤੁਸੀਂ ਬਾਹਰ ਵੀ ਜਾ ਕੇ ਆਏ ਸੀ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਐਲਰਜੀ ਹੀ ਹੋਈ ਹੈ, ਕੋਵਿਡ-19 ਨਾ ਹੋਇਆ ਹੋਵੇ। ਇਸ ਦੇ ਨਾਲ ਹੀ ਨੱਕ ਬੰਦ ਹੋਣਾ। ਜੇਕਰ ਆਮ ਤੌਰ ਦੇ ਉੱਤੇ ਦੇਖਿਆ ਜਾਵੇ ਕਿ ਜਿਨ੍ਹਾਂ ਨੂੰ ਐਲਰਜੀ ਹੁੰਦੀ ਹੈ ਉਹਨਾਂ ਦਾ ਨੱਕ ਬੰਦ ਹੋ ਜਾਂਦਾ ਹੈ, ਜੋ ਕਿ ਕੋਵਿਡ-19 ਦਾ ਲੱਛਣ ਆਮ ਤੌਰ ਦੇ ਉੱਤੇ ਨਹੀਂ ਹੈ, ਜਿਸ ਕਰਕੇ ਅਜਿਹੇ ਹੀ ਵਿਅਕਤੀਆਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੀ ਸੁੰਘਣ ਸ਼ਕਤੀ ਵੀ ਘਟ ਜਾਂਦੀ ਹੈ ਤੇ ਇਹ ਐਲਰਜੀ ਦੇ ਵਿੱਚ ਵੀ ਹੁੰਦਾ ਹੈ। ਇਸ ਨਾਲ ਹੀ ਛਿੱਕਾਂ ਲੱਗਣੀਆਂ। ਛਿੱਕਾਂ ਲੱਗਣ ਦਾ ਲੱਛਣ ਹੈ ਜੋ ਉਹ ਹੁਣ ਤੱਕ ਕੋਵਿਡ-19 ਦੇ ਲੱਛਣਾਂ ਵਿੱਚ ਕਿਤੇ ਵੀ ਜ਼ਿਆਦਾ ਲਿਖਿਆ ਨਹੀਂ ਜਾਂਦਾ, ਜਿਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਐਲਰਜੀ ਦੇ ਲੱਛਣ ਨੇ ਛਿੱਕਾਂ ਲੱਗਣੀਆਂ। ਕਰੋਨਾ ਵਾਇਰਸ ਦੇ ਨਾਲ ਇਸ ਨੂੰ ਜ਼ਿਆਦਾ ਜੋੜਿਆ ਨਹੀਂ ਜਾ ਸਕਦਾ, ਪਰ ਇਸ ਜਾਣਕਾਰੀ ਨੂੰ ਦੇਣ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵੱਖੋ ਵੱਖਰੇ ਵਿਅਕਤੀਆਂ ਨੂੰ ਵੱਖੋ ਵੱਖਰੇ ਤੌਰ ਦੇ ਉੱਤੇ ਬਿਮਾਰੀਆਂ ਦੇ ਲੱਛਣ ਦਿਖਾਈ ਦਿੰਦੇ ਨੇ, ਜਿਸ ਕਰਕੇ ਜੇਕਰ ਉਹਨਾਂ ਨੂੰ ਅਜਿਹੇ ਲੱਛਣ ਦਿਖਾਈ ਦਿੰਦੇ ਵੀ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਐਲਰਜੀ ਹੈ, ਕੋਵਿਡ-19 ਨਹੀਂ ਹੈ, ਪਰ ਫਿਰ ਵੀ ਉਹ ਇੱਕ ਵਾਰ ਸਿਹਤ ਅਧਿਕਾਰੀਆਂ ਨਾਲ ਸੰਪਰਕ ਜ਼ਰੂਰ ਕਰਨ ਤੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਲੈਣ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।